ਗੁੱਡ ਮਾਰਨਿੰਗ ਸਟੂਡੈਂਟਸ, ਮੈਂ ਰੋਹਿਤ ਤੁਹਾਡਾ ਸਕਸੈਸ ਪੁਆਇੰਟ ਬੁਢਲਾਡਾ ਦੇ ਈ ਲਰਨਿੰਗ ਪਲੇਟਫਾਰਮ ਤੇ ਸਵਾਗਤ ਕਰਦਾ ਹਾਂ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਣੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ। ਅੱਜ ਆਪਾਂ ਡਿਸਕਸ਼ਨ ਕਰਾਂਗੇ ਜੀ 2 ਜੁਲਾਈ 2022 ਦੀਆਂ ਕਰੰਟ ਅਫੇਅਰਸ। ਔਰ ਇੱਕ ਸਭ ਤੋਂ ਇੰਪੋਰਟੈਂਟ ਚੀਜ਼, ਜੇ ਕਿਸੇ ਵੀ ਸਟੂਡੈਂਟ ਨੂੰ ਇਸ ਵੀਡੀਓ ਦੀ ਜੋ PDF ਫਾਈਲ ਚਾਹੀਦੀ ਮੀਨਸ PDF ਨੋਟਸ ਚਾਹੀਦੇ ਡੇਲੀ ਕਰੰਟ ਜੀਕੇ ਦੇ, ਉਹ ਸਾਡੇ WhatsApp ਨੰਬਰ 9815 35303 'ਤੇ ਮੈਸੇਜ ਕਰ ਸਕਦਾ ਹੈ, ਜਿਸ ਦੇ ਵਿੱਚ ਤੁਸੀਂ ਆਪਣਾ ਨਾਮ ਅਤੇ ਸਿਟੀ ਲਿਖਣੀ ਹੈ ਔਰ ਨਾਲ ਕਰੰਟ ਅਫੇਅਰਸ ਲਿਖ ਦੇਣੇ ਕਿ ਕਰੰਟ ਅਫੇਅਰਸ ਨਾਲ ਲਿਖ ਦਿਓ ਜੋ ਤੁਹਾਡੀ ਰਿਕੁਆਇਰਮੈਂਟ ਹੈ। ਇੱਕ ਫ੍ਰੀ ਆਫ ਕੋਸਟ ਸਰਵਿਸ ਰਹੂਗੀ। ਹੁਣ ਆਪਾਂ ਡਿਸਕਸ਼ਨ ਕਰਾਂਗੇ ਅੱਜ ਦੇ ਕਰੰਟ ਅਫੇਅਰ ਯਾਨੀ ਕਿ 2 ਜੁਲਾਈ 2022 ਦੇ ਕਰੰਟ ਅਫੇਅਰਸ। ਜੋ ਅੱਜ ਦੀ ਪਹਿਲੀ ਨਿਊਜ਼ ਹੈ ਉਹ ਕੀ ਹੈ, QS ਬੈਸਟ ਸਟੂਡੈਂਟ ਸੀਰੀਜ਼ ਰੈਂਕਿੰਗ 2023। QS ਬੈਸਟ ਸਟੂਡੈਂਟ ਸੀਰੀਜ਼ ਰੈਂਕਿੰਗ 2023 ਕੀ ਹੈ ਇਹ ਦੇ ਵਿੱਚ ਜਿਹੜਾ ਸਭ ਤੋਂ ਜਿਹੜੀ ਬੈਸਟ ਸਿਟੀ ਰਹੀ ਹੈ ਸਟੂਡੈਂਟਸ ਦੇ ਰਹੀ 2023 ਦੇ ਅਕੋਰਡਿੰਗਲੀ, ਉਹ ਕਿਹੜੀ ਹੈ, ਲੰਡਨ। ਠੀਕ ਹੈ, ਇਨ ਦਾ ਰੈਂਕਿੰਗ ਲੰਡਨ ਹੈਜ਼ ਬੀਨ ਰੈਂਕਡ ਐਜ਼ ਦਾ ਬੈਸਟ ਸਿਟੀ। ਤਾਂ ਲੰਡਨ ਨੂੰ ਕੀ ਕੀਤਾ ਗਿਆ, ਸਭ ਤੋਂ ਬੈਸਟ ਸਿਟੀ ਰੈਂਕ ਮਿਲਿਆ ਸਟੂਡੈਂਟ ਸਿਟੀਜ਼ ਰੈਂਕਿੰਗ ਦੇ ਅਕੋਰਡਿੰਗ। ਜੇ ਆਪਾਂ ਗੱਲ ਕਰੀਏ ਰੈਂਕਿੰਗ ਟੂ ਦਾ ਸਿਟੀਜ਼, ਕਿਵੇਂ ਇਹਨਾਂ ਸਿਟੀਜ਼ ਦੀ ਰੈਂਕਿੰਗ ਦਿੱਤੀ ਗਈ ਹੈ। ਲੰਡਨ ਨੂੰ ਕੀ ਕੀਤਾ ਗਿਆ ਸਭ ਤੋਂ ਬੈਸਟ ਜਿਹੜੀ ਸਿਟੀ ਮੰਨਿਆ ਗਿਆ ਸਟੂਡੈਂਟਸ ਦੇ ਲਈ ਹੂ ਆਰ ਲੁਕਿੰਗ ਟੂ ਸਟੱਡੀ, ਵੀ ਜਿਹੜੇ ਬੱਚੇ ਬਾਹਰ ਸਟੱਡੀ ਕਰਨਾ ਚਾਹੁੰਦੇ ਨੇ ਇਨ ਟਰਮਸ ਆਫ ਯੂਨੀਵਰਸਿਟੀ ਸਟੈਂਡਰਡਸ ਦੇ ਅਕੋਰਡਿੰਗ, ਅਫੋਰਡੇਬਿਲਿਟੀ ਐਂਡ ਸਟੂਡੈਂਟ ਫੈਸਿਲਿਟੀਜ਼ ਦੇ ਅਕੋਰਡਿੰਗ। ਇਹਨਾਂ ਕੈਟਾਗਰੀਜ਼ ਦੇ ਅਕੋਰਡਿੰਗ ਲੰਡਨ ਨੂੰ ਕੀ ਮੰਨਿਆ ਗਿਆ ਸਟੂਡੈਂਟ ਲਈ ਬੈਸਟ ਸਿਟੀ ਮੰਨਿਆ ਗਿਆ। ਲੰਡਨ ਤੋਂ ਬਾਅਦ ਸਿਓਲ ਨੂੰ ਦੂਜਾ ਸਥਾਨ ਮਿਲਿਆ ਤੇ ਮੁਨੀਚ ਨੂੰ ਤੀਜਾ ਸਥਾਨ ਮਿਲਿਆ ਪੂਰੇ, ਜੇ ਆਪਾਂ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ। ਜ਼ੂਰਿਚ ਤੇ ਮੈਲਬੌਰਨ ਨੂੰ, ਜ਼ੂਰਿਚ ਨੂੰ 4th ਸਥਾਨ ਤੇ ਮੈਲਬੌਰਨ ਨੂੰ 5th ਸਥਾਨ ਮਿਲਿਆ। ਔਰ ਜਿਹੜਾ ਬਿਊਨਸ ਆਇਰਸ ਹੈ, ਇਹਨੂੰ ਕੀ ਹੈ, ਲੇਟਿਨ ਅਮਰੀਕਾ ਦੇ ਵਿੱਚ ਇਹ ਟੌਪ ਮੰਨਿਆ ਗਿਆ ਬਿਊਨਸ ਆਇਰਸ ਨੂੰ। ਔਰ ਜੇ ਆਪਾਂ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ ਬਿਊਨਸ ਆਇਰਸ ਦਾ ਕਿੰਨਵਾਂ ਰੈਂਕ ਹੈ, 23ਵਾਂ ਰੈਂਕ ਹੈ। ਔਰ ਜੇ ਆਪਾਂ ਗੱਲ ਕਰੀਏ ਇੰਡੀਅਨ ਸਿਟੀਜ਼ ਦੀ ਗੱਲ ਕਰੀਏ, ਇਹਦੇ ਵਿੱਚ ਕਿਹੜੇ ਇੰਡੀਅਨ ਸ਼ਹਿਰ ਆਏ ਨੇ, ਇੰਡੀਅਨ ਸਿਟੀਜ਼ ਕਿਹੜੀ ਬੈਸਟ ਹੈ, ਇਸ ਦੇ ਲਈ ਇੰਪੋਰਟੈਂਟ ਪੁਆਇੰਟ ਬਣਦਾ ਇਸ ਰਿਪੋਰਟ ਦੇ ਵਿੱਚ ਜਿਹੜੀ ਇੰਡੀਆ ਦੀ ਜਿਹੜੀ ਸਭ ਤੋਂ ਬੈਸਟ ਸਿਟੀ ਆਈ ਹੈ, ਇਸ ਰਿਪੋਰਟ ਦੇ ਵਿੱਚ ਜਿਹੜੀ ਇੰਡੀਆ ਦੀ ਸਭ ਤੋਂ ਬੈਸਟ ਸਿਟੀ ਹੈ ਉਹ ਕਿਹੜੀ ਹੈ ਜੀ, ਸਟੂਡੈਂਟਸ ਲਈ ਮੁੰਬਈ। ਤਾਂ ਇਸ ਰਿਪੋਰਟ ਦੇ ਵਿੱਚ ਜਿਹੜੀ ਇੰਡੀਆ ਦੀ ਸਭ ਤੋਂ ਬੈਸਟ ਸਿਟੀ ਹੈ ਸਟੂਡੈਂਟਸ ਲਈ, ਉਹ ਕਿਹੜੀ ਹੈ ਜੀ, ਮੁੰਬਈ ਹੈ। ਠੀਕ ਹੈ, ਇਹ ਪੁਆਇੰਟ ਯਾਦ ਰੱਖਣਾ ਹੈ। ਜੇ ਆਪਾਂ ਗੱਲ ਕਰੀਏ ਗਲੋਬਲ ਲੈਵਲ ਤੇ ਜਿਹੜਾ ਮੁੰਬਈ ਦਾ ਰੈਂਕ ਹੈ ਉਹ ਕਿੰਨਵਾਂ, 103ਵਾਂ ਰੈਂਕ ਹੈ। ਜੇ ਆਪਾਂ ਗੱਲ ਕਰੀਏ ਕਿ ਗਲੋਬਲ ਲੈਵਲ ਤੇ ਮੁੰਬਈ ਦਾ ਕਿੰਨਵਾਂ ਰੈਂਕ ਹੈ, ਇਹ 103ਵਾਂ ਰੈਂਕ ਹੈ, 103rd ਰੈਂਕ ਹੈ। ਮੁੰਬਈ ਵਾਜ਼ ਸਕੋਰ ਫॉर ਅਫੋਰਡੇਬਿਲਿਟੀ, ਮੁੰਬਈ ਨੂੰ ਕਾਹਦੇ ਲਈ ਸਕੋਰ ਮਿਲਿਆ, ਅਫੋਰਡੇਬਿਲਿਟੀ ਲਈ, ਕਿ ਜਿਹੜੇ ਸਟੂਡੈਂਟ ਨੇ ਵਧੀਆ ਅਫੋਰਡ ਕਰ ਸਕਦੇ ਨੇ। ਔਰ ਮੁੰਬਈ ਇਜ਼ ਫੋਲੋਡ ਬਾਈ ਬੰਗਲੌਰ, ਮੁੰਬਈ ਤੋਂ ਬਾਅਦ ਕਿਹਦਾ ਰੈਂਕ ਹੈ ਇੰਡੀਆ ਦੇ ਵਿੱਚ, ਬੰਗਲੌਰ ਦਾ। ਜੇ ਆਪਾਂ ਗੱਲ ਕਰੀਏ ਬੰਗਲੌਰ ਦੀ, ਬੰਗਲੌਰ ਮੁੰਬਈ ਤੋਂ ਬਾਅਦ ਬੰਗਲੌਰ ਦਾ ਰੈਂਕ ਹੈ ਇੰਡੀਆ ਦੇ ਵਿੱਚ ਬੈਸਟ ਸਿਟੀ ਦਾ। ਪਰ ਜੇ ਆਪਾਂ ਓਵਰਆਲ ਬੰਗਲੌਰ ਦੀ ਗੱਲ ਕਰੀਏ ਦੇਸ਼ ਪੂਰੇ ਵਰਲਡ ਦੇ ਵਿੱਚ ਇਹਦਾ 114ਵਾਂ ਰੈਂਕ ਹੈ। ਮੁੰਬਈ ਇੰਡੀਆ 'ਚ ਪਹਿਲੇ ਨੰਬਰ 'ਤੇ ਹੈ ਔਰ ਦੁਨੀਆ ਦੇ ਵਿੱਚ ਇਹਦਾ 103ਵਾਂ ਰੈਂਕ ਹੈ। ਔਰ ਜਿਹੜੀ ਬੰਗਲੁਰੂ ਹੈ ਇਹ ਮੁੰਬਈ ਆਪਾਂ ਇੰਡੀਆ 'ਚ ਦੂਜਾ ਸਥਾਨ ਕਹਿ ਸਕਦੇ ਹਾਂ ਔਰ ਵਰਲਡ ਦੇ ਵਿੱਚ ਇਹਦਾ 114ਵਾਂ ਰੈਂਕ ਕਹਿ ਸਕਦੇ ਹਾਂ। ਜੇ ਆਪਾਂ ਚੇਨਈ ਤੇ ਦਿੱਲੀ ਦੀ ਗੱਲ ਕਰੀਏ, ਚੇਨਈ ਦਾ 125ਵਾਂ ਰੈਂਕ ਹੈ ਜੀ ਔਰ ਦਿੱਲੀ ਦਾ 129ਵਾਂ ਰੈਂਕ ਹੈ ਬੈਸਟ ਸਿਟੀਜ਼ ਫॉर ਸਟੂਡੈਂਟਸ ਦੇ ਲਈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਰਬ ਰੀਜਨ ਦੀ ਗੱਲ ਕਰੀਏ, ਅਰਬ ਰੀਜਨ ਦੇ ਵਿੱਚ ਜਿਹੜੀ ਬੈਸਟ ਸਿਟੀ ਮੰਨੀ ਗਈ ਹੈ ਉਹ ਦੁਬਈ ਮੰਨੀ ਗਈ ਹੈ। ਦੁਬਈ ਵੈਸੇ ਵੀ ਬੜਾ ਇੱਕ ਫੇਮਸ ਜਿਹੜਾ ਦੇਸ਼ ਹੈ, ਦੁਬਈ ਮੰਨਿਆ ਗਿਆ ਅਰਬ ਸਿਟੀ ਦੇ ਵਿੱਚ, ਅਰਬ ਰੀਜਨ ਦੇ ਵਿੱਚ ਦੁਬਈ ਨੂੰ ਮੰਨਿਆ ਗਿਆ। ਔਰ ਜੇ ਆਪਾਂ ਗੱਲ ਕਰੀਏ ਗਲੋਬਲੀ, ਇਹਦਾ ਦੁਬਈ ਦਾ ਕਿੰਨਵਾਂ ਰੈਂਕ ਹੈ, 51ਵਾਂ ਰੈਂਕ ਆਇਆ ਜੀ, 51st। ਨੈਕਸਟ ਪੁਆਇੰਟ ਕੀ ਹੈ, ਅਬਾਊਟ QS ਬੈਸਟ ਸਟੂਡੈਂਟ ਸਿਟੀ ਰੈਂਕਿੰਗ। ਜਾਂ ਆਪਾਂ ਗੱਲ ਕਰੀਏ QS ਬੈਸਟ ਸਟੂਡੈਂਟ ਸਿਟੀ ਰੈਂਕਿੰਗ ਦੇ ਬਾਰੇ ਗੱਲ ਕਰੀਏ, ਕੀ ਹੈ ਇਹ, ਕਹਿੰਦਾ QS ਬੈਸਟ ਸਟੂਡੈਂਟ ਸਿਟੀਜ਼ ਰੈਂਕਿੰਗ provides independent data related to factors that are relevant to students taking their study decisions। ਯਾਨੀ ਕਿ ਜਿਹੜਾ ਇਹ ਕੀ ਹੈ, ਇੱਕ ਕੀ ਡਾਟਾ ਪ੍ਰੋਵਾਈਡ ਕਰਦਾ, ਇੱਕ ਰੈਲੇਵੈਂਟ ਡਾਟਾ ਪ੍ਰੋਵਾਈਡ ਕਰਦਾ ਕਿੰਨਾ ਕਾਹਦੇ ਲਈ, ਸਟੂਡੈਂਟਸ ਨੂੰ ਸਟੱਡੀ ਪ੍ਰੋਵਾਈਡ ਕਰਨ, ਸਟੱਡੀ ਡਿਸੀਜਨ, ਸਟੱਡੀ ਕਿੱਥੇ ਕਰਨੀ ਹੈ ਉਹਦੇ ਡਿਸੀਜਨ ਦੇ ਲਈ। ਫੈਕਟਰਸ ਇੰਕਲੂਡ ਨੇ ਇਹਦੇ ਵਿੱਚ, ਸਟੈਂਡਰਡ ਆਫ ਯੂਨੀਵਰਸਿਟੀ ਇੰਕਲੂਡ ਨੇ ਕਿ ਬੱਚੇ ਜਦੋਂ ਕਿਤੇ ਵੀ ਕਿਸੇ ਯੂਨੀਵਰਸਿਟੀ ਨੂੰ ਚੁਆਇਸ ਕਰਦੇ ਨੇ ਕੀ ਕਿਤੇ ਵੀ ਜਦੋਂ ਉਹ ਕਿਸੇ ਸ਼ਹਿਰ ਜਾਣਾ ਪਸੰਦ ਕਰਦੇ ਨੇ ਉਹ ਕੀ ਕੁਛ ਦੇਖਦੇ ਨੇ, ਬੈਸਟ ਅਫੋਰਡੇਬਿਲਿਟੀ ਦੇਖਦੇ ਨੇ, ਸਟੈਂਡਰਡ ਆਫ ਯੂਨੀਵਰਸਿਟੀ ਦੇਖਦੇ ਨੇ, ਕੁਆਲਿਟੀ ਆਫ ਲਾਈਫ ਦੇਖਦੇ ਨੇ ਉਸ ਜਗ੍ਹਾ ਦੀ। ਤਾਂ ਇਹਨਾਂ ਚੀਜ਼ਾਂ ਇਹ ਸਭ ਜੋ ਹੈਗੀਆਂ ਨੇ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟੂਡੈਂਟਸ ਇੱਕ ਕਾਲਜ, ਇੱਕ ਇੰਸਟੀਟਿਊਸ਼ਨ ਨੂੰ ਔਰ ਇੱਕ ਸ਼ਹਿਰ ਨੂੰ ਚੂਜ਼ ਕਰਦੇ ਨੇ, ਜਿਸ ਕਰਕੇ ਜਿਹੜੀ ਇਹ ਰਿਪੋਰਟ ਹੈ ਕਿ ਜਿਹੜੀ ਇਹ ਰਿਪੋਰਟ ਹੈ
ਇਹ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਸਟੂਡੈਂਟ ਜਦੋਂ ਸਟੱਡੀ ਲਈ ਕੋਈ ਸ਼ਹਿਰ ਜਾਂ ਕੋਈ ਯੂਨੀਵਰਸਿਟੀ ਚੂਜ਼ ਕਰਦਾ ਹੈ, ਉਹ ਉਸ ਵੇਲੇ ਉਸ ਕੀ ਗੱਲਾਂ ਧਿਆਨ ਦੇ ਵਿੱਚ ਰੱਖਦਾ, ਉਹ ਸਾਰੀਆਂ ਗੱਲਾਂ ਦਾ ਐਨਾਲਿਸਿਸ ਕਰਕੇ KOS ਨੇ ਕੀ ਕੀਤਾ ਜੀ, ਇੱਕ ਸਿਟੀਜ਼ ਦੀ ਰੈਂਕਿੰਗ ਨੂੰ ਸੈੱਟ ਕੀਤਾ। ਆਪਾਂ ਨੈਕਸਟ ਅੱਗੇ ਗੱਲ ਕਰੀਏ ਆਲ ਇੰਡੀਆ ਸਰਵੇ ਐਸ਼ੀਆ ਦੀ ਫੁੱਲ ਫਾਰਮ ਕੀ ਹੈ? ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ। ਕਹਿੰਦੇ ਇੰਟਰਨੈਸ਼ਨਲ ਸਟੂਡੈਂਟਸ ਅਕਾਊਂਟ ਫॉर ਓਨਲੀ ਏ ਸਮਾਲ ਫ੍ਰੈਕਸ਼ਨ ਆਫ ਓਵਰਆਲ ਸਟੂਡੈਂਟ ਇਨ ਇੰਡੀਆ। ਜੇ ਆਪਾਂ ਗੱਲ ਕਰੀਏ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਓਵਰਆਲ ਜਿਹੜੇ ਸਟੂਡੈਂਟਸ ਨੇ ਉਹ ਕੀ ਨੇ ਇੰਟਰਨੈਸ਼ਨਲੀ, ਜੇ ਆਪਾਂ ਦੇਖੀਏ ਬਹੁਤ ਥੋੜੇ ਸਟੂਡੈਂਟ ਨੇ ਇੰਡੀਆ ਦੇ ਵਿੱਚ ਜਿਹੜੇ ਕਿ ਫੋਰਨ ਤੋਂ ਆ ਕੇ ਇੰਡੀਆ ਪੜ੍ਹਦੇ ਨੇ। ਐਜ਼ ਪਰ ਆਲ ਇੰਡੀਆ ਸਰਵੇ, ਜੇ ਆਪਾਂ ਆਲ ਇੰਡੀਆ ਸਰਵੇ ਦੀ ਗੱਲ ਕਰੀਏ ਔਨ ਹਾਇਰ ਐਜੂਕੇਸ਼ਨ 2018-19 number of Indian students who were enrolled in Indian universities was just 47,427। ਜੇ ਆਪਾਂ ਗੱਲ ਕਰੀਏ ਆਲ ਇੰਡੀਆ ਸਰਵੇ ਔਨ ਹਾਇਰ ਐਜੂਕੇਸ਼ਨ ਦੇ ਅਕੋਰਡਿੰਗ, ਜੇ ਆਪਾਂ ਗੱਲ ਕਰੀਏ ਜਿਹੜੇ ਫੋਰਨ ਤੋਂ ਇੰਡੀਆ ਦੇ ਵਿੱਚ ਜਿਹੜੇ ਸਟੂਡੈਂਟ ਆਏ ਹੋਏ ਨੇ ਉਹ ਸਿਰਫ 2018-19 ਦੇ ਅਕੋਰਡਿੰਗ ਜਿਹੜੇ ਇੰਡੀਆ ਦੇ ਵਿੱਚ ਫੋਰਨ ਤੋਂ ਸਟੂਡੈਂਟ ਪੜ੍ਹਨ ਦੇ ਲਈ ਆਏ ਸੀ ਉਹ ਸਿਰਫ ਕਿੰਨੇ ਸੀ? 47,427। ਜੇ ਆਪਾਂ ਗੱਲ ਕਰੀਏ ਆਪਣੇ ਇੰਡੀਆ ਨੇ ਇਹਦਾ ਟਾਰਗੇਟ ਨਾ ਰੱਖਿਆ ਹੋਇਆ ਨੈਕਸਟ 2023 ਦੇ ਲਈ ਲਗਭਗ 2 ਲੱਖ ਦਾ, ਜਿਹੜਾ ਕਿ ਇਸ ਤੋਂ ਆਪਾਂ ਕਹਿ ਸਕਦੇ ਹਾਂ ਕਿ ਲਗਭਗ 4 ਗੁਣਾ ਦਾ ਟਾਰਗੇਟ ਰੱਖਿਆ ਆਉਣ ਵਾਲੇ ਸਮੇਂ ਦੇ ਵਿੱਚ। ਕਿ ਬਾਹਰੋਂ ਫੋਰਨ ਦੇ ਜਿਹੜੇ ਬੱਚੇ ਨੇ ਜੇ ਅੱਜ 47,427 ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਹੋਣੇ ਚਾਹੀਦੇ ਨੇ? ਇਹ 2 ਲੱਖ ਦਾ ਇਹਨਾਂ ਨੇ 2023 ਦੇ ਲਈ ਟਾਰਗੇਟ ਰੱਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 2023 ਬੱਚੇ 2023 ਦੇ ਵਿੱਚ ਲਗਭਗ 2 ਲੱਖ ਬੱਚਾ ਫੋਰਨ ਤੋਂ ਇੰਡੀਆ ਪੜ੍ਹਨ ਦੇ ਲਈ ਆਵੇ। ਨੈਕਸਟ ਪੁਆਇੰਟ ਹੈ ਜੀ ਬਿਜ਼ਨਸ ਰਿਫਾਰਮਸ ਪਲਾਨ, ਜਾਨੀ ਕਿ BREP 2020। BREP 2020 ਨੂੰ BREP ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਜਿਹੜੀ ਇਹ BREP ਹੈ ਇਹਨੂੰ ਕਦੋਂ ਲਾਂਚ ਕੀਤਾ ਗਿਆ ਸੀ? 30 ਜੂਨ 2022 ਨੂੰ। ਕਿਸ ਨੇ ਲਾਂਚ ਕੀਤਾ ਸੀ? ਯੂਨੀਅਨ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਇਹ ਰਿਪੋਰਟ ਨੂੰ ਜਿਹੜਾ ਸੀ ਇਸ ਨੂੰ ਰਿਲੀਜ਼ ਕੀਤਾ ਸੀ। ਬਿਜ਼ਨਸ ਰਿਫਾਰਮਸ ਐਕਸ਼ਨ ਪਲਾਨ, ਜਿਹਨੂੰ ਆਪਾਂ BREP ਕਹਿ ਸਕਦੇ ਹਾਂ। ਐਂਡ ਪ੍ਰੈਜ਼ੈਂਟਡ ਅਸੈਸਮੈਂਟ ਰਿਪੋਰਟ ਟੂ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਤੇ ਜਿਹੜੀ ਰਿਪੋਰਟ ਆ ਇਹਨੂੰ ਪ੍ਰੈਜ਼ੈਂਟ ਕੀਤੀ ਸੀ ਸਟੇਟਸ ਤੇ ਯੂਟੀਜ਼ ਨੂੰ। ਇਹਦੇ ਕੀ ਪੁਆਇੰਟਸ ਨੇ? ਜੇ ਆਪਾਂ ਗੱਲ ਕਰੀਏ ਇਹਨੂੰ 4 ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ। ਕਿਹੜੇ ਕੈਟਾਗਰੀਜ਼ ਨੇ? ਇਸ BREP ਪਲਾਨ ਨੂੰ 4 ਕੈਟਾਗਰੀ ਵਿੱਚ ਡਿਵਾਈਡ ਕੀਤਾ ਗਿਆ। ਕਿਹੜੇ ਕੈਟਾਗਰੀਜ਼ ਨੇ? ਟੌਪ ਅਚੀਵਰਸ, ਅਸਪਾਇਰਸ ਐਂਡ ਅਮਰਜਿੰਗ ਬਿਜ਼ਨਸ ਇਕੋਸਿਸਟਮਸ। ਜੇ ਆਪਾਂ ਗੱਲ ਕਰੀਏ BREP ਦੀ, BREP ਰਿਪੋਰਟ ਕੰਪਰਾਈਜ਼ ਇਹ 301 ਰਿਫਾਰਮ ਪੁਆਇੰਟਸ ਨੇ। ਇਹਦੇ ਵਿੱਚ ਕੀ ਨੇ? 301 ਰਿਫਾਰਮ ਪੁਆਇੰਟਸ ਨੇ, ਜਿਹਦੇ ਵਿੱਚ 15 ਬਿਜ਼ਨਸ ਕੈਟਾਗਰੀਜ਼ 15 ਬਿਜ਼ਨਸ ਰੈਗੂਲੇਟਰੀ ਏਰੀਆਜ਼ ਨੇ, ਜਿਵੇਂ ਅਸੈਸ ਟੂ ਇਨਫੋਰਮੇਸ਼ਨ, ਲੇਬਰ, ਸਿੰਗਲ ਵਿੰਡੋ ਸਿਸਟਮ, ਸੈਕਟਰਲ ਰਿਫਾਰਮਸ, ਇਨਵਾਇਰਮੈਂਟ ਐਂਡ ਅਦਰ ਰਿਫਾਰਮਸ ਰਿਲੇਟਡ ਟੂ ਲਾਈਫ ਸਾਈਕਲ ਆਫ ਟਿਪੀਕਲ ਬਿਜ਼ਨਸ। ਠੀਕ ਹੈ। ਜੇ ਆਪਾਂ ਗੱਲ ਕਰੀਏ ਇਸ BREP ਦੀ, ਮਤਲਬ ਕਿ ਬਿਜ਼ਨਸ ਰਿਫਾਰਮ ਸੈਕਸ਼ਨ ਤੇ ਆਉਂਦੀ, ਇਹਦੇ ਵਿੱਚ 301 ਰਿਫਾਰਮ ਪੁਆਇੰਟ ਲਏ ਗਏ ਨੇ, ਜਿਹਦੇ ਵਿੱਚ 15 ਬਿਜ਼ਨਸ ਰੈਗੂਲੇਟਰੀ ਏਰੀਆਜ਼ ਨੇ, ਜਿਵੇਂ ਇਨਫੋਰਮੇਸ਼ਨ ਹੋ ਗਈ, ਲੇਬਰ ਹੋ ਗਈ, ਸਿੰਗਲ ਵਿੰਡੋ ਸਿਸਟਮ ਹੋ ਗਿਆ ਕਿ ਕੋਈ ਕੰਮ ਕਿੱਦਾਂ ਹੋ ਰਿਹਾ, ਸੈਕਟਰਲ ਰਿਫਾਰਮਸ ਹੋ ਗਏ, ਸੈਕਟਰ ਕਿਸ ਤਰ੍ਹਾਂ ਰਿਫਾਰਮ ਕਰ ਰਹੇ ਨੇ, ਇਨਵਾਇਰਮੈਂਟ ਕੀ ਹੈ, ਤੇ ਹੋਰ ਅਦਰ ਰਿਫਾਰਮਸ ਰਿਲੇਟਡ ਟੂ ਲਾਈਫ ਸਾਈਕਲ ਆਫ ਟਿਪੀਕਲ ਬਿਜ਼ਨਸ। ਕਹਿੰਦੇ ਇਟ ਇਜ਼ ਅ ਸੈਕਟਰਲ ਰਿਫਾਰਮਸ have been introduced for the first time। ਇੱਕ ਕਹਿੰਦੇ ਸੈਕਟਰਲ ਰਿਫਾਰਮ ਹੈ, ਇਹ ਪਹਿਲੀ ਵਾਰ ਇੰਟਰੋਡਿਊਸ ਕੀਤਾ ਗਿਆ। ਇਨ ਇਟ 72 ਰਿਫਾਰਮਸ ਵਰ ਆਇਡੈਂਟੀਫਾਈਡ ਅਕ੍ਰੋਸ 9 ਸੈਕਟਰਸ। 72 ਰਿਫਾਰਮਸ ਆਇਡੈਂਟੀਫਾਈ ਹੋਏ ਨੇ ਕਿੰਨੇ ਸੈਕਟਰ ਦੇ ਵਿੱਚ? ਲਗਭਗ 9 ਸੈਕਟਰ ਦੇ ਵਿੱਚ। ਆਪਾਂ ਗੱਲ ਕਰੀਏ 9 ਸੈਕਟਰ ਕਿਹੜੇ ਨੇ? ਹੈਲਥ ਕੇਅਰ ਦਾ ਹੋ ਗਿਆ ਜੀ, ਟ੍ਰੇਡ ਲਾਇਸੈਂਸ ਹੋ ਗਿਆ, ਸਿਨੇਮਾ ਹਾਲਸ ਹੋ ਗਿਆ, ਲੀਗਲ ਮੈਟਰੋਲੋਜੀ ਹੋ ਗਈ, ਫਾਇਰ NOC ਹੋ ਗਿਆ, ਹੌਸਪਿਟੈਲਿਟੀ ਹੋ ਗਿਆ, ਮੂਵੀ ਸ਼ਾਪਿੰਗ, ਟੈਲੀਕਾਮ ਐਂਡ ਟੂਰਿਜ਼ਮ। ਇਹਨਾਂ 9 ਸੈਕਟਰ ਦੇ ਵਿੱਚ ਕੀ ਨੇ? 72 ਰਿਫਾਰਮਸ ਆਇਡੈਂਟੀਫਾਈਡ ਹੋਏ ਨੇ। ਜੇ ਆਪਾਂ ਗੱਲ ਕਰੀਏ ਕੈਟਾਗਰਾਈਜ਼ ਆਫ ਸਟੇਟ ਨੂੰ ਕੈਟਾਗਰਾਈਜ਼ ਕਿਵੇਂ ਕੀਤਾ ਗਿਆ? ਜੇ ਟੌਪ ਅਚੀਵਰ ਦੇ ਵਿੱਚ ਕਿਹੜੇ ਸਟੇਟਸ ਆਈਆਂ ਨੇ? ਗੁਜਰਾਤ, ਆਂਧਰਾ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਪੰਜਾਬ। ਠੀਕ ਹੈ। ਪੰਜਾਬ ਲਈ ਇੰਪੋਰਟੈਂਟ ਹੈ ਕਿ ਜਿਹੜੇ ਹੁਣ ਹਾਲ ਹੀ ਦੇ ਵਿੱਚ BREP ਜਿਹੜੀ ਰਿਪੋਰਟ ਆਈ ਉਹਦੇ ਵਿੱਚ ਪੰਜਾਬ ਕਿਹੜੀ ਕੈਟਾਗਰੀ ਦੇ ਵਿੱਚ ਹੈ? ਪੰਜਾਬ ਕਿਹੜੀ ਕੈਟਾਗਰੀ ਦੇ ਵਿੱਚ? ਟੌਪ ਅਚੀਵਰ ਕੈਟਾਗਰੀ ਦੇ ਵਿੱਚ ਹੈ। ਵੈਸੇ ਆਪਾਂ ਗੱਲ ਕਰੀਏ ਕਿ ਜਿਹਦੇ ਵਿੱਚ 9 ਸੈਕਟਰ ਆਏ ਨੇ, 9 ਸੈਕਟਰ ਦੇ ਵਿੱਚ ਹੈਲਥ ਕੇਅਰ ਹੈ, ਔਰ ਜਿਹੜੀ ਆਪਣੀ ਹੁਣ ਇਸ ਵਾਰੀ ਆਪ ਸਰਕਾਰ ਆਈ ਹੈ ਉਹਦਾ ਮੇਨ ਮੋਟਿਵ ਕੀ ਹੈ? ਹੈਲਥ ਕੇਅਰ ਔਰ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ। ਤਾਂ ਜੇ ਆਪਾਂ ਗੱਲ ਕਰੀਏ ਕਿ ਟੌਪ ਅਚੀਵਰ ਦੇ ਵਿੱਚ ਕਿਹੜਾ ਆਇਆ? ਪੰਜਾਬ ਆਇਆ। ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਹਾਲ ਹੀ ਦੇ ਵਿੱਚ BREP ਇੱਕ ਰਿਫਾਰਮਸ ਰਿਪੋਰਟ ਆਈ ਸੀ, ਉਸ ਰਿਪੋਰਟ ਦੇ ਅਕੋਰਡਿੰਗ ਜੋ ਹੈ ਪੰਜਾਬ ਸਟੇਟ ਨੂੰ ਕਿਸ ਕੈਟਾਗਰੀ ਦੇ ਵਿੱਚ ਰੱਖਿਆ ਗਿਆ? ਅਚੀਵਰ, ਟੌਪ ਅਚੀਵਰ, ਇਕੋਸਿਸਟਮ, ਜਾਂ ਫਿਰ ਕਹਿ ਸਕਦੇ ਨੇ ਜਿਹੜੀਆਂ ਵੀ ਹੈਗੀਆਂ ਕੈਟਾਗਰੀਜ਼ ਨੇ, ਤਾਂ ਕਿਸ ਕੈਟਾਗਰੀ ਵਿੱਚ ਰੱਖਿਆ ਗਿਆ? ਟੌਪ ਅਚੀਵਰਸ
ਕੈਟਾਗਰੀ ਦੇ ਵਿੱਚ ਰੱਖਿਆ ਗਿਆ। ਹੋਰ ਜੇ ਆਪਾਂ ਗੱਲ ਕਰੀਏ ਬਾਕੀ ਹਿਮਾਚਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ, ਉੜੀਸਾ, ਯੂਪੀ, ਇਹਨਾਂ ਨੂੰ ਕਿਸ ਰੱਖਿਆ ਗਿਆ? ਅਚੀਵਰ ਸਟੇਟ ਦੇ ਵਿੱਚ। ਇੰਨੀਆਂ ਸਟੇਟ ਯਾਦ ਰੱਖਣ ਦੀ ਲੋੜ ਨਹੀਂ ਹੈ ਕਿ ਆਪਾਂ ਸਿਰਫ ਇਹੀ ਯਾਦ ਰੱਖਾਂਗੇ ਕਿ ਪੰਜਾਬ ਨੂੰ ਕਿਹੜੀ ਕੈਟਾਗਰੀ 'ਚ ਰੱਖਿਆ ਗਿਆ? ਟੌਪ ਅਚੀਵਰ ਕੈਟਾਗਰੀ 'ਚ ਰੱਖਿਆ ਗਿਆ। ਔਰ ਕਿੰਨੀਆਂ ਕੈਟਾਗਰੀਜ਼ ਨੇ ਇਸ ਦੀਆਂ 4 ਕੈਟਾਗਰੀਆਂ: ਟੌਪ ਅਚੀਵਰ, ਅਸਪਾਇਰ ਐਂਡ ਦਾ ਅਮਰਜਿੰਗ ਬਿਜ਼ਨਸ ਇਕੋਸਿਸਟਮਸ। ਜੇ ਆਪਾਂ ਗੱਲ ਕਰੀਏ ਸਿਗਨੀਫੀਕੈਂਸ, ਇਹਦੀ ਮਹੱਤਤਾ ਦੀ ਗੱਲ ਕਰੀਏ, ਠੀਕ ਹੈ, ਕਹਿੰਦੇ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ, ਜਿਹੜੀ ਅੰਡਰ ਦ ਨਿਊ ਕੈਟਾਗਰਾਈਜੇਸ਼ਨ ਮੈਥਡ ਡਿਫਰੈਂਸ ਬਿਟਵੀਨ ਵੇਰੀਅਸ ਸਟੇਟਸ ਐਂਡ ਯੂਟੀਜ਼ ਵਾਜ ਸੋ ਲਿਟਲ। DPIIT ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ, ਜਿਹੜੀ ਇਹਨਾਂ ਦਾ ਐਨਾਲਿਸਿਸ ਹੋਇਆ, ਸਰਵੇ ਹੋਇਆ, ਉਹਦੇ ਅਕੋਰਡਿੰਗ ਸਟੇਟ ਤੇ ਯੂਟੀ ਦੇ ਵਿੱਚ ਜੋ ਇਹਨਾਂ ਐਨਾਲਿਸਿਸ ਹੋਇਆ ਉਹ ਮੀਨਸ ਇਹਨੂੰ ਕੈਟਾਗਰਾਈਜ਼ ਕਰਨ ਦੇ ਲਈ ਬਹੁਤ ਥੋੜ੍ਹਾ ਲਿਟਲ ਫਰਕ ਹੈ, ਠੀਕ ਹੈ। ਤਾਂ ਇਹਨੂੰ ਜੋ ਹੈ ਬਹੁਤ ਹੀ ਜ਼ਿਆਦਾ ਇਹਨੂੰ ਮਹੱਤਤਾ ਨਹੀਂ ਦੇ ਰਹੇ, ਕਹਿੰਦੇ ਕੋਈ ਰੈਂਕਿੰਗ ਦੀ ਕੋਈ ਬਹੁਤੀ ਜ਼ਿਆਦਾ ਸੈਂਸ ਨਹੀਂ ਹੈਗੀ, ਨੋਟ ਮੇਕ ਸੈਂਸ ਟੂ ਰੈਂਕ ਦੈਮ। ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ, ਬਿਜ਼ਨਸ ਰਿਫਾਰਮਸ ਐਕਸ਼ਨ ਪਲਾਨ ਜਾਣੀ ਕਿ BREP is being released by DPIIT। ਇਸ ਨੂੰ ਕੌਣ ਰਿਲੀਜ਼ ਕਰਦਾ? DPIIT ਰਿਲੀਜ਼ ਕਰਦਾ। ਕਦੋਂ ਤੋਂ? ਸਾਲ 2014 ਤੋਂ। ਸਟੀਅਰਿੰਗ ਬਿਜ਼ਨਸ ਰਿਫਾਰਮਸ ਇਨ ਆਰਡਰ ਟੂ ਕ੍ਰੀਏਟ ਇਨਵੈਸਟਰ ਫਰੈਂਡਲੀ। ਇਹਦਾ ਮੇਨ ਮੋਟਿਵ ਕੀ ਹੈ ਕਿ ਇੰਡੀਆ ਨੂੰ ਇਨਵੈਸਟਰ ਫਰੈਂਡਲੀ ਬਣਾਇਆ ਜਾਵੇ, ਇਨਵੈਸਟਰ ਫਰੈਂਡਲੀ ਇਕੋਸਿਸਟਮ ਬਣਾਇਆ ਜਾਵੇ ਇੰਡੀਆ ਦੇ ਵਿੱਚ। ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰੀਏ, RBI ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਜੂਨ 2022। ਕਹਿੰਦੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਰਿਪੋਰਟ ਪਬਲਿਸ਼ ਕੀਤੀ। ਇਸ ਰਿਪੋਰਟ ਨੂੰ ਕਿਸ ਨੇ ਪਬਲਿਸ਼ ਕੀਤਾ? ਰਿਜ਼ਰਵ ਬੈਂਕ ਆਫ ਇੰਡੀਆ, ਜਿਹੜਾ ਕਿ ਇੰਡੀਆ ਸਭ ਤੋਂ ਵੱਡਾ ਬੈਂਕ ਹੈ, ਔਰ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਬੈਂਕਾਂ ਦਾ ਬੈਂਕ ਔਰ ਰੈਗੂਲੇਟਰ ਆਫ ਬੈਂਕਸ ਵੀ ਕਹਿ ਸਕਦੇ ਹਾਂ। ਭਾਰਤ ਦਾ ਸਭ ਤੋਂ ਵੱਡਾ ਬੈਂਕ ਜੋ ਕਿ ਇੰਡੀਆ ਦੇ ਵਿੱਚ ਇੱਕ ਬੈਂਕਿੰਗ ਸਿਸਟਮ ਨੂੰ ਕੰਟਰੋਲ ਕਰਦਾ, ਉਹ ਕੌਣ ਹੈ? RBI, ਠੀਕ ਹੈ। RBI ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਹੈ। ਕਿਹੜੀ ਰਿਪੋਰਟ ਪਬਲਿਸ਼ ਕੀਤੀ ਹੈ? ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਫॉर ਜੂਨ 2022। ਕੀ ਹੈ ਇਸ ਰਿਪੋਰਟ ਦੇ ਵਿੱਚ? ਕੀ ਹਾਈਲਾਈਟਸ ਨੇ ਇਸ ਰਿਪੋਰਟ ਦੇ? ਆਪਾਂ ਉਹਨਾਂ ਬਾਰੇ ਡਿਸਕਸ਼ਨ ਕਰਦੇ ਹਾਂ। ਦਿਸ ਐਡੀਸ਼ਨ of the RBI report includes a survey of international regulatory and supervisory practice which are applied to big tech entities। ਹੁਣ ਕੀ ਹੈ ਜਿਹੜੀ ਇਹ RBI ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ ਹੈ, ਇਹ ਕੀ ਦੱਸਦੀ ਹੈ? ਇਹਦੇ ਕੀ ਹਾਈਲਾਈਟਸ ਪੁਆਇੰਟਸ ਨੇ? ਕੀ ਹਾਈਲਾਈਟਸ ਪੁਆਇੰਟ ਨੇ? ਆਪਾਂ ਉਹਦੀ ਗੱਲ ਕਰਦੇ ਹਾਂ। ਇੱਕ ਇੰਟਰਨੈਸ਼ਨਲ ਰੈਗੂਲੇਟਰੀ ਹੈ ਕੀ ਹੈ? ਇਹਨੇ ਕੀ ਕੀਤਾ? ਇੱਕ ਸਰਵੇ ਕੀਤਾ ਇੰਟਰਨੈਸ਼ਨਲ ਰੈਗੂਲੇਟਰੀ ਦਾ ਐਂਡ ਸੁਪਰਵਾਈਜ਼ਰੀ ਪ੍ਰੈਕਟਿਸਿਸ ਦਾ, ਵਿਚ ਆਰ ਅਪਲਾਈ, ਜਿਹੜੀ ਕਿ ਕਿਸ ਤੇ ਅਪਲਾਈਡ ਹੋਣਗੀਆਂ? ਇਹ ਬਿਗ ਟੈਕ ਐਂਟੀਟੀਜ਼, ਜਿਹੜੀਆਂ ਆਪਣੀਆਂ ਕੁਝ ਬਿਗ ਟੈਕ ਜਿਹੜੀਆਂ ਕੰਪਨੀ ਨੇ, ਜਿਵੇਂ RBI ਲਿਸਟਡ ਗੂਗਲ, ਜਿਵੇਂ ਗੂਗਲ ਨੇ ਅੱਜ ਕੱਲ੍ਹ ਕੀ ਕੀਤਾ? ਗੂਗਲ ਪੇ GPay ਚੱਲ ਰਿਹਾ ਹੈ, ਠੀਕ ਹੈ। ਫੇਸਬੁੱਕ, ਐਪਲ, ਐਮਾਜ਼ੋਨ ਐਂਡ ਅਲੀਬਾਬਾ। ਹੁਣ ਇਹ ਵੀ ਕੀ ਹੈ, ਜਿਹੜੀ ਅਲੀਬਾਬਾ ਕੰਪਨੀਜ਼ ਨੇ, ਇਹ ਵੀ ਕਿਵੇਂ ਫਾਈਨੈਂਸ ਨਾਲ ਡੀਲ ਕਰਦੀਆਂ ਨੇ, ਔਰ ਐਮਾਜ਼ੋਨ ਔਰ ਫੇਸਬੁੱਕ ਇਹਨਾਂ ਦਾ ਵੀ ਫਾਈਨੈਂਸ ਦੇ ਨਾਲ ਡੀਲਿੰਗਸ ਹੈਗੀਆਂ ਨੇ, ਠੀਕ ਹੈ। ਤਾਂ ਇਹ ਕੀ ਨੇ? ਇੱਕ ਤਰ੍ਹਾਂ ਦੇ ਬਿਗ ਟੈਕ ਜਿਹੜੀਆਂ ਟੈਕਨੀਕਲ ਸਰਵਿਸ ਪ੍ਰੋਵਾਈਡਸ ਕਰਵਾਉਂਦੀਆਂ ਨੇ, ਇੱਕ ਤਰ੍ਹਾਂ ਦੀ ਇਹ ਜੋ ਇੰਟਰਨੈਟ 'ਚ ਜੋ ਸਰਵਿਸ ਪ੍ਰੋਵਾਈਡਸ ਕਰਵਾਉਂਦੀਆਂ ਨੇ, ਉਹ ਟੈਕਨੀਕਲ ਔਰ ਇੰਟਰਨੈਟ ਜੋ ਸਰਵਿਸ ਪ੍ਰੋਵਾਈਡ ਕਰਵਾਉਂਦੀਆਂ ਨੇ, ਉਹਨਾਂ ਲਈ ਕੀ ਹੈ? ਇੱਕ RBI ਨੇ ਇੱਕ ਸਪੈਸ਼ਲ ਰਿਪੋਰਟ ਜਾਰੀ ਕੀਤੀ ਹੈ। ਐਜ਼ ਪਰ RBI ਰੈਗੂਲੇਟਰਸ, ਜੇ ਆਪਾਂ RBI ਰੈਗੂਲੇਟਰਸ ਦੀ ਗੱਲ ਕਰੀਏ, ਵਰਲਡ ਵਾਈਡ ਆਰ aiming to create balance between risk and benefits from entry of big techs in financial domains। ਹੁਣ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਡਿਜੀਟਲਾਈਜੇਸ਼ਨ ਹੋਣ ਦੇ ਕਾਰਨ ਆਪਾਂ ਬਹੁਤ ਸਾਰੀਆਂ ਚੀਜ਼ਾਂ ਆਨਲਾਈਨ ਪਰਚੇਜ ਕਰਦੇ ਹਾਂ। ਉਹ ਆਨਲਾਈਨ ਪਰਚੇਜ ਕਰਨ ਦੇ ਲਈ ਆਪਾਂ ਨੂੰ ਕੀ ਨੈਟ ਬੈਂਕਿੰਗ ਚਾਹੀਦੀ ਹੈ, ਜਾਂ ਆਪਾਂ ਗੂਗਲ ਪੇ ਕਰ ਰਹੇ ਹਾਂ, ਪੇਟੀਐਮ ਕਰ ਰਹੇ ਹਾਂ। ਔਰ ਇਹ ਕੁਝ ਚੀਜ਼ਾਂ ਜੋ ਕਰਦੇ ਹਾਂ ਆਪਾਂ ਕਿਸ ਤਰ੍ਹਾਂ ਕਰਦੇ ਹਾਂ, ਜਿਵੇਂ ਆਪਾਂ ਮੋਬਾਈਲ ਫੋਨਸ ਹੋ ਗਏ, ਐਪਲ ਦਾ ਫੋਨ ਲਾ ਲਓ, ਔਰ ਆਪਾਂ ਕਰਦੇ ਕਿੱਥੋਂ ਆ? ਜਿਵੇਂ ਐਮਾਜ਼ਨ ਕੰਪਨੀ ਹੋ ਗਈ, ਜਾਂ ਆਪਾਂ ਫੇਸਬੁੱਕ 'ਤੇ ਕੁਝ ਕਰ ਰਹੇ ਹਾਂ। ਤਾਂ ਇਹਨਾਂ ਦਾ ਮੇਨ ਮੋਟਿਵ ਕੀ ਹੈ ਸਟੇਬਿਲਿਟੀ ਰਿਪੋਰਟ ਦਾ? ਕਿ ਇਹਨਾਂ ਦੇ ਵਿੱਚ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਔਰ ਜੋ ਡੋਮੇਨ ਦੇ ਥਰੂ ਹੋ ਰਹੀਆਂ ਨੇ, ਔਰ ਜੋ ਇਹ ਜਿਹੜੀਆਂ ਵੱਡੀਆਂ ਟੈਕਨੀਕਲ ਕੰਪਨੀਜ਼ ਨੇ, ਉਹਨਾਂ ਦੇ ਵਿੱਚ ਇਹਨਾਂ ਦੇ ਰਿਸਕ ਤੇ ਬੈਨੀਫਿਟਸ ਨੂੰ ਇੱਕ ਮੇਨਟੇਨ ਕੀਤਾ ਜਾਵੇ, ਬੈਲੈਂਸ ਬਣਾ ਕੇ ਰੱਖਿਆ ਜਾਵੇ। ਉਹਦੇ ਲਈ ਕੀ ਹੈ? RBI ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਇਹ ਸਟੇਬਿਲਿਟੀ ਰਿਪੋਰਟ ਨੂੰ ਜਾਰੀ ਕੀਤਾ ਹੈ। ਕਹਿੰਦੇ ਨੈਕਸਟ ਜੇ ਆਪਾਂ ਪੁਆਇੰਟ ਦੀ ਗੱਲ ਕਰੀਏ, ਫਾਈਨਿੰਗਸ ਆਫ ਦਾ ਰਿਪੋਰਟ, ਜਿਹਦੀ ਰਿਪੋਰਟ ਦੀ ਹੋਰ ਆਪਾਂ ਗੱਲ ਕਰੀਏ ਕੀ ਰਿਜ਼ਲਟਸ ਨੇ। ਇਨ ਦਾ ਰਿਪੋਰਟ RBI maintained that large technology companies, big tech, are scaling and turning into two critical phase। ਤਾਂ ਇਹਦੇ ਨਾਲ ਕੀ ਹੋ ਰਿਹਾ ਕਿ ਜਿਹੜੇ ਕੁਝ ਜਿਹੜੀਆਂ ਕੰਪਨੀਜ਼ ਨੇ, ਉਹ ਕੀ ਹੋ ਰਿਹਾ ਉਹਦੇ ਨਾਲ ਕੁਛ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਸਟੇਬਿਲਿਟੀਜ਼ ਨੂੰ ਕੀ ਕਰ ਰਹੇ ਨੇ, ਉਹ ਡਿਸਟਰਬ ਕਰ ਰਹੇ ਨੇ। ਕਿਵੇਂ?
Thus its regulators must be aware of their interlinkage with the financial system। ਤਾਂ ਇਹ ਰੈਗੂਲੇਟਰ ਹੀ ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ, ਇਹਨੂੰ ਇਸ ਤਰ੍ਹਾਂ ਦਾ ਇੱਕ ਰੈਗੂਲੇਟਰ ਤਿਆਰ ਕਰ ਦੇਣਗੇ ਕਿ ਜੋ ਇਹਨਾਂ ਦੇ ਰੈਗੂਲੇਟਰ ਨੇ ਉਹ ਇਹਨਾਂ ਕੰਪਨੀਜ਼ ਨੂੰ ਜੋ ਇੰਟਰਲਿੰਕਸ ਕਰਦੇ ਨੇ ਫਾਈਨੈਂਸ਼ੀਅਲ ਸਿਸਟਮ ਦੇ ਨਾਲ, ਉਹਨਾਂ ਨੂੰ ਆਉਣ ਵਾਲੇ ਰਿਸਕ ਦੇ ਲਈ ਪਹਿਲਾਂ ਅਵੇਅਰ ਕਰ ਦਿਆ ਕਰਨਗੇ। As per report, big techs can scale up rapidly and become risky for financial stability। ਹੁਣ ਜਿਹੜੀਆਂ ਟੈਕਨੀਕਲ ਕੰਪਨੀਜ਼ ਨੇ ਇਹ ਬਹੁਤ ਤੇਜ਼ੀ ਦੇ ਨਾਲ ਕੀ ਹੋ ਰਹੀਆਂ ਨੇ, ਵਧ ਰਹੀਆਂ ਨੇ ਤੇ ਔਰ ਕਿੱਧਰ ਜੋਖਿਮ ਵੱਲ ਵਧ ਰਹੀਆਂ ਨੇ, ਰਿਸਕ ਵੱਲ ਵਧ ਰਹੀਆਂ ਨੇ। ਠੀਕ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਦੇ ਲਈ ਦਿਸ ਕੈਨ ਅਰਾਈਜ਼ ਫਰੋਮ ਇਨਕਰੀਜ਼ਡ disintermediation of incumbent institutions। complex intertwined operational linkage between financial institution and big tech firms could lead to contagion and concentration risk and issues related to potential anti-competitive behavior। ਹੁਣ ਇਹਨਾਂ ਕੀ ਹੋ ਰਿਹਾ, ਕੁਝ ਜਿਹੜੀਆਂ ਕੰਪਨੀਜ਼ ਨੇ ਉਹ ਕੀ ਕਰ ਰਹੀਆਂ ਨੇ, ਜਿਵੇਂ ਆਪਾਂ ਗੱਲ ਕਰੀਏ ਜਿਵੇਂ ਫਲਿੱਪਕਾਰਟ 'ਤੇ ਆਪਾਂ ਕੋਈ ਸਮਾਨ ਲੈਂਦੇ ਹਾਂ, ਉਹ ਕਾਰਡ ਇਸ਼ੂ ਕਰ ਦਿੰਦੇ ਨੇ, ਫਲਿੱਪਕਾਰਟ ਕ੍ਰੈਡਿਟ ਕਾਰਡ, ਐਮਾਜ਼ਨ ਕ੍ਰੈਡਿਟ ਕਾਰਡ। ਠੀਕ ਹੈ, ਤਾਂ ਇਹਨਾਂ ਨਾਲ ਕੀ ਹੋ ਰਿਹਾ, ਜਿਹੜੀਆਂ ਇੱਕ ਇਹ ਐਂਟੀ ਕੰਪੀਟੀਟਿਵ ਬਿਹੇਵੀਅਰ ਕਰ ਰਹੀਆਂ ਨੇ। ਤਾਂ ਇਹਨਾਂ ਸਭ ਨੂੰ ਕੰਟਰੋਲ ਕਰਨ ਦੇ ਲਈ ਔਰ ਫਾਈਨੈਂਸ਼ੀਅਲ ਸਟੇਬਿਲਿਟੀ ਲੈ ਕੇ ਆਉਣ ਦੇ ਲਈ ਇਹਨਾਂ ਦੀ ਤੇ ਇੱਕ ਰਿਪੋਰਟ ਤਿਆਰ ਕੀਤੀ ਕਿਸ ਨੇ, RBI ਨੇ, ਰਿਜ਼ਰਵ ਬੈਂਕ ਆਫ ਇੰਡੀਆ ਨੇ। ਕਹਿੰਦੇ ਮੇਜਰ ਕੰਸਰਨ ਰਿਲੇਟਡ ਟੂ ਬਿਗ ਟੈਂਕਸ, ਮੇਜਰ ਕੰਸਰਨਸ ਕੀ ਨੇ, ਰੈਗੂਲੇਟਰ ਐਂਡ ਸੁਪਰਵਾਈਜ਼ਰ ਵਰਲਡ ਵਾਈਡ ਹਾਈਲਾਈਟ 3 ਮੇਜਰ ਕੰਸਰਨ। ਇਹ 3 ਮੇਜਰ ਕੰਸਰਨ ਦਿੱਤੇ ਗਏ ਨੇ, ਕਿਹੜੇ ਫਾਈਨੈਂਸ਼ੀਅਲ ਸਟੇਬਿਲਿਟੀ, ਲੈਜਿਸਲੇਟਿਵ ਐਂਡ ਗਵਰਨੈਂਸ ਇਸ਼ੂ। ਇਹ 3 ਮੇਜਰ ਕੰਸਰਨ ਦੀ ਗੱਲ ਕੀਤੀ ਗਈ ਹੈ, 3 ਮੇਨ ਗੱਲਾਂ ਦੀ ਗੱਲ ਕੀਤੀ ਗਈ ਹੈ, ਕਾਹਦੀ ਫਾਈਨੈਂਸ਼ੀਅਲ ਸਟੇਬਿਲਿਟੀ ਦੀ, ਲੈਜਿਸਲੇਟਿਵ ਦੀ ਤੇ ਗਵਰਨੈਂਸ ਇਸ਼ੂਜ਼ ਦੀ। ਰਿਪੋਰਟ ਨੋਟਸ that big tech entered into financial domain as payment service providers। ਹੁਣ ਕੀ ਇਹ ਪੇਮੈਂਟ ਸਰਵਿਸ ਪ੍ਰੋਵਾਈਡਰ ਦੇ, ਜਿਵੇਂ ਪੇਮੈਂਟ ਸਰਵਿਸ ਪ੍ਰੋਵਾਈਡਰ ਹੁੰਦੇ ਨੇ, ਉਹਨਾਂ ਥਰੂ ਕੀ ਕਰ ਰਹੇ ਨੇ, ਇਹ ਇਹਦੇ ਵਿੱਚ ਐਂਟਰ ਹੋ ਰਹੇ ਨੇ, ਫਾਈਨੈਂਸ਼ੀਅਲ ਕੰਪਨੀ ਦੇ ਵਿੱਚ ਐਂਟਰ ਹੋ ਰਹੇ ਨੇ। ਬਟ ਨਾਓ ਦੇ ਆਰ ਆਫਰਿੰਗ ਏ ਹੋਸਟ ਆਫ ਫਾਈਨੈਂਸ਼ੀਅਲ ਸਰਵਿਸ ਲਾਈਕ, ਜਿਵੇਂ ਹੁਣ ਕੀ ਹੈ, ਪਹਿਲਾਂ ਕੀ ਆਏ ਸੀ, ਇਹਨਾਂ ਨੇ ਸਿਰਫ ਫਾਈਨੈਂਸ਼ੀਅਲ ਕੰਪਨੀ ਨੂੰ ਡੋਮੇਨ ਨੇਮ ਦੇਣ ਦੀ ਗੱਲ ਕੀਤੀ ਸੀ। ਠੀਕ ਹੈ, ਪਰ ਹੁਣ ਕੀ ਹੋਣ ਲੱਗਿਆ, ਇਹ ਜਦੋਂ ਪਹਿਲਾਂ ਸਿਰਫ ਇਹ ਡੋਮੇਨ ਨੇਮ ਦਿੰਦੇ ਸੀ ਕਿ ਆਪਦੇ ਚੈਨਲ ਦੇ ਥਰੂ ਇਹ ਟ੍ਰਾਂਜੈਕਸ਼ਨਸ ਕਰਵਾਉਂਦੇ ਸੀ, ਹੈ ਨਾ। ਜਿਵੇਂ ਆਪਾਂ ਗੱਲ ਕਰੀਏ ਬਿਲ ਡੈਸਕ ਹੁੰਦਾ, ਰੇਜ਼ਰ ਪੇ ਹੁੰਦਾ। ਠੀਕ ਹੈ, ਤਾਂ ਇਸ ਤਰ੍ਹਾਂ ਇਹਨਾਂ ਨੇ ਇੱਕ ਸਰਵਿਸ ਪ੍ਰੋਵਾਈਡ ਕਰਨੀਆਂ ਸ਼ੁਰੂ ਕੀਤੀਆਂ ਸੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਲਈ। ਪਰ ਹੁਣ ਕੀ ਕਰਨ ਲੱਗ ਗਏ, ਇਹ ਆਫਰਿੰਗ ਏ ਹੋਸਟ ਆਫ ਫਾਈਨੈਂਸ਼ੀਅਲ ਸਰਵਿਸਿਜ਼। ਹੁਣ ਇਹ ਕੁਝ ਫਾਈਨੈਂਸ਼ੀਅਲ ਸਰਵਿਸਿਜ਼ ਵੀ ਦੇਣ ਲੱਗ ਗਏ, ਜਿਵੇਂ ਕ੍ਰੈਡਿਟ ਹੋ ਗਿਆ, ਲੋਨ ਦੇਣਾ, ਐਸੈਟ ਮੈਨੇਜਮੈਂਟ, ਠੀਕ ਹੈ, ਕਰਾਊਡ ਫੰਡਿੰਗ ਐਂਡ ਇੰਸ਼ੋਰੈਂਸ। ਇਹ ਚੀਜ਼ਾਂ ਕੀ ਨੇ, ਇਹ ਪ੍ਰੋਵਾਈਡ ਕਰਾਉਣ ਲੱਗੇ। ਤਾਂ ਇਹਨਾਂ ਦਾ ਕੀ ਹੋ ਰਿਹਾ, ਦੇ ਇਨਕਰੀਜ਼ ਫਾਈਨੈਂਸ਼ੀਅਲ ਸਟੇਬਿਲਿਟੀ ਰਿਸਕ। ਤਾਂ ਇਹਨਾਂ ਦਾ ਕੀ ਹੋ ਰਿਹਾ, ਇੱਕ ਫਾਈਨੈਂਸ਼ੀਅਲ ਸਟੇਬਿਲਿਟੀ ਰਿਸਕ ਹੋ ਰਿਹਾ। ਮਤਲਬ ਕਿ ਜਿਹੜੀਆਂ ਇਹ ਸਾਰੀਆਂ ਚੀਜ਼ਾਂ, ਪਹਿਲਾਂ ਲੋਨ ਦੇਣਾ ਜਾਂ ਕੁਝ ਕ੍ਰੈਡਿਟ ਕਾਰਡ ਨਾਲ ਬੈਂਕਸ ਦਾ ਕੰਮ ਹੁੰਦਾ ਸੀ, ਹੁਣ ਕੀ ਹੋ ਗਿਆ, ਇਹ ਖੁਦ ਵੀ ਦੇਣ ਲੱਗ ਗਏ, ਜਿਸ ਨਾਲ ਕੀ ਹੋ ਗਿਆ, ਫਾਈਨੈਂਸ਼ੀਅਲ ਸਟੇਬਿਲਿਟੀ ਰਿਸਕ ਹੀ ਹੋਣ ਲੱਗਿਆ। ਬਾਈ ਕਪਲਿੰਗ ਮਲਟੀਪਲ ਫਾਈਨੈਂਸ਼ੀਅਲ ਐਕਟੀਵਿਟੀਜ਼ ਥਰੂ देयर ਪਲੇਟਫਾਰਮ। ਮਤਲਬ ਕਿ ਇੱਕ ਹੀ ਪਲੇਟਫਾਰਮ ਤੇ ਕਾਫੀ ਜ਼ਿਆਦਾ ਕੀ ਹੋਣ ਲੱਗੀਆਂ, ਇਹ ਫਾਈਨੈਂਸ਼ੀਅਲ ਐਕਟੀਵਿਟੀਜ਼ ਹੋਣ ਲੱਗੀਆਂ। नेक्स्ट पॉइंट, नीति आयोग रिपोर्ट हार्नेसिंग ग्रीन हाइड्रोजन। गवर्नर नीति की है, नेशनल इंस्टीट्यूशन फॉर ट्रांसफॉर्मिंग इंडिया। ठीक है जी, अपनी गल करिए कि नीति जो एक रिपोर्ट तैयार की है, की रिपोर्ट तैयार की है, हार्नेसिंग ग्रीन हाइड्रोजन की है। कहते गवर्नमेंट थिंक टैंक नीति आयोग पब्लिश्ड इट्स रिपोर्ट टाइटल हार्नेसिंग ग्रीन हाइड्रोजन अपॉर्चुनिटीज फॉर decarbonization in India। ठीक है, दिस रिपोर्ट हैज बीन, यानी कि नीति ने एक रिपोर्ट लॉन्च की है, कि रिपोर्ट लॉन्च की है, हार्नेसिंग ग्रीन हाइड्रोजन कादे वास्ते, फॉर डीकार्बोनाइजेशन इन इंडिया। इंडिया ਦੇ ਵਿੱਚ ਡੀਪ ਡੀਕਾਰਬੋਨਾਈਜੇਸ਼ਨ ਦੇ ਲਈ ਇਹ ਇੱਕ ਰਿਪੋਰਟ ਜਾਰੀ ਕੀਤੀ ਹੈ। ਦਿਸ ਰਿਪੋਰਟ ਹੈਜ਼ ਬੀਨ ਪ੍ਰੀਪੇਅਰਡ ਇਨ, ਇਹ ਜਿਹੜੀ ਰਿਪੋਰਟ ਹੈ ਕਿਵੇਂ ਪ੍ਰੀਪੇਅਰ ਕੀਤੀ ਗਈ ਹੈ, ਇਹ ਮਿਲ ਕੇ ਪ੍ਰੀਪੇਅਰ ਕੀਤੀ ਗਈ ਹੈ, ਮੀਨਸ ਕੋਲੈਬੋਰੇਟ ਵਿਦ ਦਿੱਲੀ ਬੇਸਡ ਥਿੰਕ ਟੈਂਕ RMI ਇੰਡੀਆ। ਮੀਨਸ ਦਿੱਲੀ ਬੇਸਡ ਥਿੰਕ ਟੈਂਕ ਤੇ RMI ਇੰਡੀਆ ਨੇ ਮਿਲ ਕੇ ਇਹ ਰਿਪੋਰਟ ਨੂੰ ਤਿਆਰ ਕੀਤਾ ਹੈ। ਹੁਣ ਜੇ ਕੀ ਹੋਰ ਮਤਲਬ ਇਸ ਦੇ ਕੀ ਹੋਰ ਰਿਜ਼ਲਟਸ ਨੇ, ਕੀ ਫਾਈਂਡਸ ਨੇ, ਕੀ ਹਾਈਲਾਈਟਸ ਨੇ, ਆਪਾਂ ਉਹਨਾਂ ਦੇ ਡਿਸਕਸ਼ਨ ਕਰਦੇ ਹਾਂ। ਕਹਿੰਦੇ ਇਨ ਇਟਸ ਰਿਪੋਰਟ ਨੀਤੀ ਆਯੋਗ ਹੈਜ਼ recommended to reduce or exempt the GST and custom duties on production of green hydrogen। ਮਤਲਬ ਕਿ ਇਹਦੇ ਵਿੱਚ ਕੀ ਹੋਊਗਾ, ਇਹ ਰਿਪੋਰਟ ਦੇ ਵਿੱਚ ਇਹਨਾਂ ਨੇ ਕੀ ਕਿਹਾ, ਕਹਿੰਦੇ ਕਿ ਆਪਾਂ ਕੀ ਕਰਨਾ ਹੈ ਕਿ ਹਾਰਨੈਸਿੰਗ ਗ੍ਰੀਨ ਹਾਈਡਰੋਜਨ ਨੂੰ
ਵਧਾਵਾ ਦੇਣਾ ਹੈ। ਇਹਦੇ ਨਾਲ ਕੀ ਕਰਨਾ ਆਪਾਂ ਨੇ ਕਿ ਜਿਹੜੀਆਂ ਇਹਨਾਂ ਤੇ ਆਪਾਂ ਕੀ ਕਰਦੇ ਹਾਂ, GST ਲਗਾਉਂਦੇ ਆ ਜਾਂ ਕਸਟਮ ਡਿਊਟੀਜ਼ ਲਗਾਉਂਦੇ ਆ, ਕਿਹੜਾ ਇਹਦੀ ਪ੍ਰੋਡਕਸ਼ਨ ਤੇ ਜਾਂ ਜੋ ਵੀ ਇਹਦੇ ਵਿੱਚ ਆਪਾਂ ਨੂੰ ਕੁਛ ਰਾ ਮਟੀਰੀਅਲ ਚਾਹੀਦਾ ਉਹਨੂੰ ਆਪਾਂ ਨੂੰ ਘਟਾਉਣਾ ਪਊਗਾ, ਜਿਸ ਨਾਲ ਕੀ ਹੋਣਗੇ ਕਿ ਜਿਹੜੇ ਇਨਵੈਸਟਰਸ ਨੇ ਜਾਂ ਇਹਦੀ ਪ੍ਰੋਡਕਸ਼ਨ ਨੂੰ ਵਧਾਵਾ ਮਿਲੂਗਾ, ਕਿਉਂਕਿ ਜਦੋਂ ਇਸ ਤੇ GST ਘੱਟ ਲੱਗੂਗਾ ਔਰ ਕਸਟਮ ਡਿਊਟੀਜ਼ ਘੱਟ ਲੱਗਣਗੀਆਂ ਤਾਂ ਆਪਾਂ ਇਸ ਨੂੰ ਜਿਹੜੀ ਗ੍ਰੀਨ ਹਾਈਡਰੋਜਨ ਨੂੰ ਬੂਸਟਅਪ ਕਰ ਸਕਦੇ ਹਾਂ, ਇਹਦੀ ਪ੍ਰੋਡਕਸ਼ਨ ਨੂੰ ਵਧਾ ਸਕਦੇ ਹਾਂ। ਕਹਿੰਦੇ ਇਟ ਆਲਸੋ ਪ੍ਰਪੋਜ਼ ਟੂ ਸੈਟ ਅਪ ਗ੍ਰੀਨ ਹਾਈਡਰੋਜਨ ਕੋਰੀਡੋਰਸ, ਤਾਂ ਇੱਕ ਇਹ ਵੀ ਪ੍ਰਪੋਜ਼ ਕੀਤਾ ਗਿਆ ਕਿ ਗ੍ਰੀਨ ਹਾਈਡਰੋਜਨ ਕੋਰੀਡੋਰਸ ਬਣਾਏ ਜਾਣ, ਐਜ਼ ਵੈਲ ਐਜ਼ ਆਫਰ ਗ੍ਰਾਂਟਸ, ਔਰ ਇਹਨਾਂ ਨੂੰ ਸਬਸਿਡੀ ਵਿੱਚ ਗ੍ਰਾਂਟਸ ਵੀ ਦਿੱਤੀ ਜਾਵੇ ਟੂ ਸਟਾਰਟਅਪ ਕਰਨ ਦੇ ਲਈ ਦੈਟ ਆਰ ਵਰਕਿੰਗ ਔਨ ਗ੍ਰੀਨ ਹਾਈਡਰੋਜਨ। ਕੋਈ ਵੀ ਵਿਅਕਤੀ ਗ੍ਰੀਨ ਹਾਈਡਰੋਜਨ ਲਈ ਕੰਮ ਕਰੂਗਾ, ਸੋਲੂਸ਼ਨ ਲਗਾਊਗਾ ਡੋਮੈਸਟਿਕਲੀ, ਤਾਂ ਉਹਨੂੰ ਕੀ ਕੀਤਾ ਜਾਊਗਾ, ਇਹ ਕੁਛ ਇਹਦੇ ਲਈ ਸਬਸਿਡੀ ਵਗੈਰਾ ਔਰ ਸਟਾਰਟਅਪ ਸਬਸਿਡੀ ਦਿੱਤੀ ਜਾਊਗੀ। ਅਕੋਰਡਿੰਗ ਟੂ ਇਟ ਗਵਰਨਮੈਂਟ ਸ਼ੁੱਡ ਫੋਕਸ ਬ੍ਰਿੰਗਿੰਗ ਏ ਕੋਸਟ ਰਿਡਕਸ਼ਨ ਪਾਥਵੇ, ਤਾਂ ਇਹਦਾ ਮੇਨ ਮੋਟਿਵ ਕੀ ਹੈ ਕਿ ਕੋਸਟ ਰਿਡਕਸ਼ਨ ਕਰਨਾ ਦਾ ਮੇਨ ਮੋਟਿਵ ਹੈ ਫॉर ਗ੍ਰੀਨ ਹਾਈਡਰੋਜਨ ਪ੍ਰੋਡਕਸ਼ਨ ਇਨ ਕੰਟਰੀ, ਕਿ ਦੇਸ਼ ਦੇ ਵਿੱਚ ਗ੍ਰੀਨ ਮੇਨ ਮੋਟਿਵ ਕੀ ਹੈ ਕਿ ਇਸ ਦੀ ਕੋਸਟ ਰਿਡਕਸ਼ਨ ਕਰਨਾ, ਜਿੰਨੀ ਹੀ ਕੋਸਟ ਰਿਡਕਸ਼ਨ ਹੋਊਗੀ ਉਨੀ ਹੀ ਕੀ ਹਾਈਡਰੋਜਨ ਪ੍ਰੋਡਕਸ਼ਨ ਕੰਟਰੀ ਦੇ ਵਿੱਚ ਵਧਾਈ ਜਾਊਗੀ। ठीक है, प्रेजेंट ग्रीन हाइड्रोजन पॉलिसी, प्रेजेंट की पॉलिसी है कहते आज एज पर रिपोर्ट प्रेजेंट ग्रीन हाइड्रोजन पॉलिसी provides for adequate measure which focus on interstate transmission charge waiver as well as open access for green ammonia and green hydrogen production. Its production can be further improved by reducing or accepting tax and duties। ਹੁਣ ਇਹਨਾਂ ਨੇ ਦੇ ਵਿੱਚ ਕੀ ਕਿਹਾ, ਕਹਿੰਦੇ ਕੁਝ ਇਹਨਾਂ ਨੇ ਕੋਈ ਜੋ ਹੈਗੀ ਹੈ as per report present green hydrogen policy provides for adequate measures which focus on interstate transmission charge, ਤਾਂ ਕੁਝ ਕਿਹਨਾਂ ਕੀ ਕੀਤਾ, ਕੋਈ ਇੰਟਰਸਟੇਟ ਟਰਾਂਸਮਿਸ਼ਨ ਚਾਰਜ ਨੇ ਉਹਨਾਂ ਨੂੰ ਘਟਾਇਆ। ਇਹ ਨਾਲ ਇਹਨਾਂ ਨੇ ਹੋਰ ਕੀ ਇਹਦੀ ਪ੍ਰੋਡਕਸ਼ਨ ਆਪਾਂ ਹੋਰ ਕਿਵੇਂ ਵਧਾ ਸਕਦੇ ਹਾਂ, ਇਹਨਾਂ ਦੇ ਜਿਹੜੇ ਕੀ ਲੱਗਦੇ ਨੇ ਟੈਕਸ ਲੱਗਦੇ ਔਰ ਡਿਊਟੀ ਲੱਗਦੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ, ਮਾਫ ਕੀਤਾ ਜਾਵੇ। ਕਹਿੰਦੇ ਵਟ ਇਜ਼ ਗ੍ਰੀਨ ਹਾਈਡਰੋਜਨ, ਗ੍ਰੀਨ ਹਾਈਡਰੋਜਨ ਅਸਲੀ ਵਿੱਚ ਹੈ ਕਿ ਇੰਪੋਰਟੈਂਟ ਪੁਆਇੰਟ ਬਣਦਾ ਇਹ, ਗ੍ਰੀਨ ਹਾਈਡਰੋਜਨ ਕੀ ਹੈ, ਇੱਕ ਗੈਸ ਹੈ। ਗ੍ਰੀਨ ਹਾਈਡਰੋਜਨ ਕੀ ਹੈ, ਇੱਕ ਗੈਸ ਹੈ। ਕਹਿੰਦੇ ਵਿਚ ਇਜ਼ ਪ੍ਰੋਡਿਊਸ ਥਰੂ ਇਲੈਕਟ੍ਰੋਸਿਸ, ਇਹ ਕੀ ਹੈ ਕਿਹਦੇ ਰਾਹੀਂ ਬਣਦੀ ਹੈ, ਇਲੈਕਟ੍ਰੋਸਿਸ ਆਫ ਵਾਟਰ, ਜਾਨੀ ਕਿ ਇੱਕ ਇਲੈਕਟ੍ਰੋਸਿਸ ਆਫ ਵਾਟਰ ਤੋਂ ਬਣਦੀ ਹੈ। ਇਲੈਕਟ੍ਰੋਸਿਸ ਕੀ ਹੈ, ਇਲੈਕਟ੍ਰੋਸਿਸ ਇਜ਼ ਐਨ એનર્ਜੀ ਇਨੀਸ਼ੀਏਟਿਵ ਪ੍ਰੋਸੈਸ, ਇਹ ਇੱਕ એનર્ਜੀ ਇਨੀਸ਼ੀਏਟਿਵ ਪ੍ਰੋਸੈਸ ਹੈ ਜਿਹੜਾ ਕਿ ਪਾਣੀ ਤੋਂ ਹਾਈਡਰੋਜਨ ਤੇ ਆਕਸੀਜਨ ਨੂੰ ਵੱਖਰਾ ਕਰਦਾ ਹੈ। ਇਲੈਕਟ੍ਰੋਸਿਸ ਤੁਹਾਨੂੰ ਪੇਪਰ ਵਿੱਚ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਇਲੈਕਟ੍ਰੋਸਿਸ ਕੀ ਹੈ। ਇਲੈਕਟ੍ਰੋਸਿਸ ਇੱਕ ਪ੍ਰੋਸੈਸ ਹੈ ਜਿਹੜਾ ਕਿ ਪਾਣੀ ਤੋਂ ਹਾਈਡਰੋਜਨ ਤੇ ਆਕਸੀਜਨ ਨੂੰ ਵੱਖਰਾ ਕਰਦਾ ਹੈ। ਜੇ ਆਪਾਂ ਗੱਲ ਕਰੀਏ ਹਾਈਡਰੋਜਨ ਡਿਮਾਂਡ ਇਨ ਇੰਡੀਆ, ਇੰਡੀਆ ਦੇ ਵਿੱਚ ਹਾਈਡਰੋਜਨ ਦੀ ਕਿੰਨੀ ਡਿਮਾਂਡ ਹੈ, as per report hydrogen demand in India will grow over 4 times by 2050, ਕਹਿੰਦੇ ਮੀਨਸ 2050 ਤੱਕ ਇੰਡੀਆ ਦੇ ਵਿੱਚ ਜਿਹੜੀ ਗ੍ਰੀਨ ਹਾਈਡਰੋਜਨ ਦੀ ਜਿਹੜੀ ਡਿਮਾਂਡ ਹੈ, ਠੀਕ ਹੈ, ਉਹ ਕੀ ਹੋ ਜੂਗੀ, 4 ਗੁਣਾ ਹੋ ਜੂਗੀ। 10% ਆਫ ਗਲੋਬਲ ਹਾਈਡਰੋਜਨ, ਜਿਹੜੀ ਕਿ ਗਲੋਬਲ ਹਾਈਡਰੋਜਨ ਡਿਮਾਂਡ ਦਾ 10% ਹੋਊਗੀ। thus it suggested to facilities investment by means of demand aggregation and dollar based bidding for green hydrogen। majority of the demand growth will come for steel, ਜਿਹੜੀ ਇਹ ਜ਼ਿਆਦਾਤਰ ਡਿਮਾਂਡ ਉਹ ਕਿਸ ਹੋਊਗੀ, ਸਟੀਲ ਕੰਪਨੀ ਦੇ ਵਿੱਚ ਹੋਊਗੀ, ਹੈਵੀ ਡਿਊਟੀ ਟਰੱਕਿੰਗ ਦੇ ਵਿੱਚ ਹੋਊਗੀ। ਇਨ ਲੌਂਗ ਰਨ ਬਾਈ 2050 both will account for 52% of the total demand, ਯਾਨੀ ਕਿ ਆਉਣ ਸਮੇਂ ਕਿੰਨੀ ਹੋ ਗਈ, ਇਹ 52% ਹੋ ਜਾਣੀ ਹੈ। ਨੈਕਸਟ ਜੇ ਆਪਾਂ ਗੱਲ ਕਰੀਏ ਹਾਈਡਰੋਜਨ ਕੋਰੀਡੋਰ ਦੀ ਗੱਲ ਕਰੀਏ, ਰਿਪੋਰਟ ਫਰਦਰ ਰਿਕਮੈਂਡਡ ਟੂ ਸੈਟ ਅਪ ਗ੍ਰੀਨ ਹਾਈਡਰੋਜਨ ਕੋਰੀਡੋਰਸ ਇਨ ਐਸੋਸੀਏਸ਼ਨ ਵਿਦ ਸਟੇਟਸ, ਯਾਨੀ ਕਿ ਰਿਪੋਰਟ ਇਹੀ ਰਿਕਮੈਂਡ ਕਰਦੀ ਹੈ ਕਿ ਹਾਈਡਰੋਜਨ ਕੋਰੀਡੋਰ ਬਣਾਏ ਜਾਣ ਸਟੇਟਸ ਨਾਲ ਮਿਲ ਕੇ। ਠੀਕ ਹੈ, ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ, ਸੈਂਟਰਲ ਗਵਰਨਮੈਂਟ ਹੈਜ਼ ਨੋਟੀਫਾਈਡ ਦ ਗ੍ਰੀਨ ਹਾਈਡਰੋਜਨ ਐਂਡ ਗ੍ਰੀਨ ਅਮੋਨੀਆ ਪੋਲਿਸੀ ਇਨ ਫਰਵਰੀ 2022, ਫਰਵਰੀ 2022 ਦੇ ਵਿੱਚ ਇਹਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਸੈਂਟਰਲ ਗਵਰਨਮੈਂਟ ਆਫ ਇੰਡੀਆ ਨੇ, ਵਿਦ ਦ ਏਮ ਆਫ ਇਨਕਰੀਜ਼ਿੰਗ ਡੋਮੈਸਟਿਕ ਪ੍ਰੋਡਕਸ਼ਨ ਆਫ ਗ੍ਰੀਨ ਹਾਈਡਰੋਜਨ ਟੂ 5 ਮਿਲੀਅਨ ਟਨਸ ਬਾਈ 2030। ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਪੁਆਇੰਟ ਬਣਦਾ ਹੈ ਰਾਮਾਗੁੰਦਮ। ਰਾਮਾਗੁੰਦਮ ਕੀ ਹੈ, ਇੰਡੀਆ 'ਚ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪ੍ਰੋਜੈਕਟ ਹੈ। ਰਾਮਾਗੁੰਦਮ ਕੀ ਹੈ, ਇੰਡੀਆ ਦਾ ਸਭ ਤੋਂ ਵੱਡਾ ਤੈਰਨ ਵਾਲਾ ਸੋਲਰ ਪਾਵਰ ਪ੍ਰੋਜੈਕਟ ਹੈ। ਬਹੁਤ ਇੰਪੋਰਟੈਂਟ ਪੁਆਇੰਟ ਬਣਦਾ ਹੈ, ਰਾਮਾਗੁੰਦਮ ਕੀ ਹੈ, ਇੰਡੀਆ ਸਭ ਤੋਂ ਵੱਡਾ ਪਾਣੀ 'ਚ ਤੈਰਨ ਵਾਲਾ ਸੋਲਰ ਪਾਵਰ ਪ੍ਰੋਜੈਕਟ ਹੈ। ਇਹ ਕਿੱਥੇ ਲੱਗਿਆ, ਆਪਾਂ ਇਸ ਦੀ ਗੱਲ ਕਰੀਏ, ਇਸ ਨੂੰ ਕਿਸਨੇ ਲਗਾਇਆ, ਇਸ ਸੋਲਰ ਪਾਵਰ ਪ੍ਰੋਜੈਕਟ ਨੂੰ, ਇੰਡੀਆਜ਼ ਲਾਰਜੈਸਟ ਫਲੋਟਿੰਗ ਸੋਲਰ ਪਾਵਰ ਪਲਾਂਟ ਵਾਜ ਮੇਡ ਫੁਲੀ ਆਪਰੇਸ਼ਨਲ ਬਾਈ NTPC, ਜਾਨੀ ਕਿ ਇਸ ਨੂੰ ਪੂਰਾ ਤਰ੍ਹਾਂ ਬਣਾਇਆ ਔਰ ਇਸ ਨੂੰ ਆਪਰੇਸ਼ਨਲੀ ਕੌਣ ਇਹਨੂੰ ਮੇਨਟੇਨ ਕਰ ਰਿਹਾ, NTPC। ਠੀਕ ਹੈ, ਕਿੱਥੇ ਕਰ ਰਿਹਾ ਇਹ, ਐਟ ਰਾਮਾਗੁੰਦਮ। ਰਾਮਾਗੁੰਦਮ ਦੀ ਇੱਕ ਜਗ੍ਹਾ ਨਾਮ ਹੈ, ਕਿੱਥੇ ਹੈ, ਤੇਲੰਗਾਨਾ ਦੇ ਵਿੱਚ। ਠੀਕ ਹੈ, ਜੇ ਆਪਾਂ ਦੀ ਕਪੈਸਿਟੀ ਦੀ ਗੱਲ ਕਰੀਏ, ਕਪੈਸਿਟੀ ਕਿ 100 ਮੈਗਾਵਾਟ ਦੀ ਕਪੈਸਿਟੀ ਹੈ। ਠੀਕ ਹੈ,
ਇਟ ਇਜ਼ ਪਾਵਰਡ ਵਿਦ ਐਡਵਾਂਸ ਟੈਕਨੋਲੋਜੀ ਨੂੰ ਐਡਵਾਂਸ ਟੈਕਨੋਲੋਜੀ ਨਾਲ ਲੈਸ ਕੀਤਾ ਗਿਆ ਬਣਾਇਆ ਗਿਆ ਕਿਉਂ ਕਿਉਂਕਿ এনवायरमेंट ਫ੍ਰੈਂਡਲੀ ਇਹਦੇ ਵਿੱਚ ਫੀਚਰਸ ਹੋਣ ਠੀਕ ਹੈ ਔਰ ਆਪਣੇ এনवायरमेंट ਕੋਈ ਸੋਲਰ ਦਾ ਮੇਨ ਮੋਟਿਵ ਕੀ ਹੈ ਕਿ ਆਪਣਾ এনवायरमेंट ਤੇ ਕੋਈ ਵੀ ਸਾਈਡ ਇਫੈਕਟ ਨਾ ਹੋਵੇ ਇਸ ਲਈ ਇਹਨੂੰ ਕੀ ਕੀਤਾ ਇਹਦੇ ਵਿੱਚ ਬਣਾਇਆ ਗਿਆ ਦਾ ਪ੍ਰੋਜੈਕਟ ਸਪਰੈਡਸ ਓਵਰ 500 ਏਕੜ ਜਾਨੀ ਕਿ 500 ਕਿੱਲੇ ਦੇ ਵਿੱਚ 500 ਕਿੱਲੇ ਰਿਜ਼ਰਵ ਤੇ ਬਣਾਇਆ ਗਿਆ The project is divided into 49 blocks 49 ਬਲਾਕ ਦੇ ਵਿੱਚ ਇਸ ਨੂੰ ਵੰਡਿਆ ਗਿਆ each block has capacity of 2.5 megawatt ਹਰੇਕ ਦੀ ਕਪੈਸਿਟੀ ਕਿੰਨੀ ਹੈ ਲਗਭਗ 2.5 megawatt and each block comprised of one floating platform and a matrix of 11200 solar module ਠੀਕ ਹੈ ਤੁਹਾਨੂੰ ਮੇਨ ਕੁਐਸਚਨ ਕੀ ਪੁੱਛਣਗੇ ਕਿ ਕਿੰਨੇ ਮੈਗਾਵਾਟ ਦਾ ਹੈ 100 ਮੈਗਾਵਾਟ ਦਾ ਕੁਐਸਚਨ ਮੇਨ ਬਣੂਗਾ ਠੀਕ ਹੈ ਕਿੰਨੇ ਬਲਾਕਸ ਡਿਵਾਈਡ ਹੋਇਆ ਇਹ ਕੁਐਸਚਨ ਇੰਪੋਰਟੈਂਟ ਨਹੀਂ ਬਣਦਾ ਔਰ ਇਹਦੀ ਜੋ ਹੈਗੀ ਹੈ ਕਿ ਇਹਦੀ ਕਪੈਸਿਟੀ ਜ਼ਰੂਰ ਪੁੱਛੀ ਹੋਊਗੀ 100 ਮੈਗਾਵਾਟ ਇਹ ਇੰਪੋਰਟੈਂਟ ਹੈ ਕਿਹੜੀ ਜਗ੍ਹਾ ਤੇ ਬਣਾਇਆ ਇੰਪੋਰਟੈਂਟ ਹੈ ਠੀਕ ਹੈ ਕਿਨੇ ਇਹਨੂੰ ਆਪਰੇਸ਼ਨ ਕਿਸਨੇ ਕੀਤਾ ਐਨਟੀਪੀਐਸ ਨੇ ਕੀਤਾ ਉਹ ਕਿਸਨੇ ਬਣਾਇਆ ਐਨਟੀਪੀਸੀ ਨੇ ਬਣਾਇਆ ਇਹ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਬਣਦੇ ਨੇ ਇਹਦੇ ਵਿੱਚ ਕੀ ਸੈਟਅਪ ਕੀਤਾ ਗਿਆ ਇਹਦੇ ਵਿੱਚ ਇੱਕ ਤਾਂ ਟਰਾਂਸਫਾਰਮਰ ਨੇ ਇਨਵਰਟਰ ਐਂਡ ਐਚਟੀ ਬ੍ਰੇਕਰ ਨੇ ਕਹਿੰਦੇ the solar models are kept on floating which are manufactured with HDPE ਇਹਦੇ ਵਿੱਚ ਕੀ ਨੇ ਮਾਡਲਸ ਨੇ ਜਿਨ੍ਹਾਂ ਨੂੰ ਕਹਿੰਦੇ ਅਸੀਂ ਬਣਾਇਆ ਗਿਆ ਮੈਨੂਫੈਕਚਰ ਕੀਤਾ ਗਿਆ HDPE ਕੀ ਹੈ ਹਾਈ ਡੈਂਸਿਟੀ ਪੋਲੀਥੀਨ related material significance of the power plant the presence of floating solar power plants will reduce evaporation rate from water bodies यानी कि इतना की होगा जो सोलर पावर प्लांट ऊपर लगे नेचुरली गल है कि जो है धुप का सेक सूरज की रोशनी घट होगी सूरज की रोशनी का सेक घट होगा और ਉਹਦੇ की होगा कि ਜਿਹੜਾ अपना पानी वैपोरेट हो ਜਾਂਦਾ ਸੀ ਉਹ ਵੀ पानी भी वैपोरेट घट होगा और जिस ਨਾਲ अपना पानी की भी बचत होगी ठीक है ਰੀਨਿਊਏਬਲ एनर्जी सैक्टर इन इंडिया ਜਾਂ ਪਹਿਲੀ ਗੱਲ ਕਰੀਏ ਕਹਿੰਦੇ ਐਜ਼ ਔਨ ਨਵੰਬਰ 30 2021 India's installed renewable energy capacity is ਜੇ ਆਪਾਂ 2000 ਨਵੰਬਰ 30 ਤੋਂ 21 ਦੀ ਗੱਲ ਕਰੀਏ ਤਾਂ ਰੀਨਿਊਏਬਲ એનર્ਜੀ ਕਪੈਸਿਟੀ ਕਿੰਨੀ ਸੀ 150.54 ਗੀਗਾਵਾਟ ਸੀ ਆਊਟ ਆਫ ਦਿਸ ਸੋਲਰ ਕਪੈਸਿਟੀ ਇਜ਼ 48.55 ਗੀਗਾਵਾਟ small hydro power 4.8 gigawatt and is 40.03 gigawatt bio power is in large ਇਹ ਇਸ ਤੋਂ ਵੱਖਰੇ ਨੇ ਇੰਡੀਆਜ਼ ਨਿਊਕਲੀਅਰ એનર્ਜੀ ਬੇਸਡ installed electricity capacity is 6.78 gigawatt ਇਹ ਡਾਟਾ ਇੰਨਾ ਇੰਪੋਰਟੈਂਟ ਨਹੀਂ ਹੈਗਾ ਨਾਰਮਲ ਐਗਜ਼ਾਮ ਦੇ ਲਈ ਜੇ ਆਪਾਂ ਗੱਲ ਕਰੀਏ ਕਿ ਮੇਨ ਦੇ ਵਿੱਚ ਕੁਐਸਚਨ ਤੁਹਾਨੂੰ ਕੀ ਪੁੱਛਿਆ ਜਾਊਗਾ ਇਸ ਨਿਊਜ਼ ਦੇ ਵਿੱਚ ਕਿ ਜਿਹੜਾ ਇੰਡੀਆ ਦੇ ਵਿੱਚ ਹਾਲ ਹੀ ਦੇ ਵਿੱਚ ਜਿਹੜਾ ਕਿ ਸਭ ਤੋਂ ਵੱਡਾ ਸੋਲਰ ਫਲੋਟਿੰਗ ਪਾਵਰ ਪ੍ਰੋਜੈਕਟ ਲੱਗਿਆ ਉਹ ਕਿੱਥੇ ਲੱਗਿਆ ਉਹ ਰਾਮਾਗੁੰਦਮ ਦੇ ਵਿੱਚ ਲੱਗਿਆ ਕਿੱਥੇ ਤੇਲੰਗਾਨਾ ਦੇ ਵਿੱਚ ਔਰ ਕਿੰਨੀ ਕਪੈਸਿਟੀ ਦੀ 100 ਮੈਗਾਵਾਟ ਕਪੈਸਿਟੀ ਹੈ ਇਹਦੇ ਇੱਕ ਦੋ ਕੀ ਹੈ ਮੇਨ ਪੁਆਇੰਟਸ ਬਣਦੇ ਨੇ ਠੀਕ ਹੈ ਜੀ ਇਹ ਸੀ ਅੱਜ ਦੀ ਕਰੰਟ ਜੀਕੇ ਔਰ ਜਿੰਨਾ ਵੀ ਸਟੂਡੈਂਟਸ ਨੂੰ ਇਸ ਦੀ PDF ਚਾਹੀਦੀ ਹੈ ਪੰਜਾਬੀ ਔਰ ਇੰਗਲਿਸ਼ ਦੋਨੇ ਮੀਡੀਅਮ ਦੇ ਵਿੱਚ ਉਹ ਸਾਨੂੰ 9856 3533 ਤੇ ਮੈਸੇਜ ਕਰ ਸਕਦਾ ਹੈ WhatsApp ਮੈਸੇਜ ਕਰ ਸਕਦਾ ਔਰ WhatsApp ਮੈਸੇਜ ਦੇ ਵਿੱਚ ਉਹ ਆਪਣਾ ਨਾਮ ਸ਼ਹਿਰ ਅਤੇ ਕਰੰਟ ਅਫੇਅਰਸ ਲਿਖ ਕੇ ਸਾਨੂੰ ਸੈਂਡ ਕਰੇਗਾ ਅਸੀਂ ਉਹਨੂੰ ਡੇਲੀ ਕਰੰਟ ਅਫੇਅਰਸ ਸੈਂਡ ਕਰ ਦਿਆ ਕਰਾਂਗੇ ਸੋ ਅੱਜ ਲਈ ਇੰਨਾ ਹੀ ਬਹੁਤ ਥੈਂਕਸ ਹੈਵ ਅ ਨਾਈਸ ਡੇ